सत श्री अकाल जी सारिਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਵੈਸ ਦੇ ਬਾਰੇ। ਵੈਸ ਕੀ ਆ ਤੇ ਇਹਦੀ ਜੋ ਡਾਕੂਮੈਂਟਸ ਅਸੀਂ ਅਪਰੂਵ ਕਰਵਾਉਣੇ ਹੁੰਦੇ ਨੇ, ਇਵੈਲੂਏਸ਼ਨ ਸਾਨੂੰ ਕਿਉਂ ਇਹਦੀ ਲੋੜ ਪੈਂਦੀ ਆ ਇਵੈਲੂਏਸ਼ਨ ਕਰਵਾਉਣ ਦੇ ਲਈ। ਸੋ ਵੈਸ ਦੀ ਪੂਰੀ ਇਨਫੋਰਮੇਸ਼ਨ ਹੈਗੀ ਆ ਵਰਲਡ ਐਜੂਕੇਸ਼ਨ ਸਰਵਿਸ। ਇਹਦੀ ਲਾਈਕ ਜਦੋਂ ਅਸੀਂ ਆਊਟ ਆਫ ਕੰਟਰੀ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ ਜਾਣ ਤੋਂ ਬਾਅਦ ਸਾਨੂੰ ਅਸੀਂ ਪੀਆਰ ਦੀ ਫਾਈਲ ਲਗਾਉਂਦੇ ਆ। ਪੀਆਰ ਦੀ ਫਾਈਲ ਲਗਾਉਣ ਤੋਂ ਬਾਅਦ ਸਾਨੂੰ ਕੀ ਆਪਣੇ ਡਾਕੂਮੈਂਟ ਇਵੈਲੂਏਟ ਕਰਵਾਉਣ ਦੀ ਲੋੜ ਪੈਂਦੀ ਆ। ਉਹ ਕਿਉਂ ਲੋੜ ਪੈਂਦੀ ਆ? ਕਿਉਂਕਿ ਜੋ ਤੁਸੀਂ ਆਪਣੇ ਡਾਕੂਮੈਂਟਸ ਜਿਹੜੀ ਯੂਨੀਵਰਸਿਟੀ ਤੋਂ ਲਏ ਨੇ, ਜਿਹੜੀ ਯੂਨੀਵਰਸਿਟੀ ਤੋਂ ਤੁਸੀਂ ਸਟੱਡੀ ਕੀਤੀ ਆ, ਉਹ ਵੈਸੇ ਇਹ ਜਾਣਨਾ ਚਾਹੁੰਦੀ ਹੁੰਦੀ ਆ, ਵਰਲਡ ਐਜੂਕੇਸ਼ਨ ਸਰਵਿਸ ਇਹ ਜਾਣਨਾ ਚਾਹੁੰਦੀ ਹੁੰਦੀ ਆ ਕਿ ਤੁਸੀਂ ਜੋ ਡਾਕੂਮੈਂਟਸ ਲਏ ਨੇ, ਤੁਹਾਡੇ ਕੋਲ ਜੋ ਮਾਰਕਸ ਸ਼ੀਟ ਹੈਗੀਆਂ ਨੇ ਜਿੱਥੋਂ ਤੁਸੀਂ ਡਿਗਰੀ ਲਈ ਆ ਆਪਣੀ, ਉਹ ਵੈਲਿਡ ਯੂਨੀਵਰਸਿਟੀ ਹੈਗੀ ਆ ਜਾਂ ਫਿਰ ਫੇਕ ਯੂਨੀਵਰਸਿਟੀ ਆ। ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਯੂਨੀਵਰਸਿਟੀਜ਼ ਵੀ ਬਹੁਤ ਜ਼ਿਆਦਾ ਫੇਕ ਨੇ। ਲਾਈਕ ਕੋਈ ਵੀ ਇੱਦਾਂ ਨੋਰਮਲੀ ਬਣਾ ਸਕਦਾ ਆ, ਬਟ ਜਿਹੜੀ ਵੈਸਾ ਇਹ ਲਾਈਕ ਬਹੁਤ ਵਧੀਆ ਕੰਮ ਕਰਦੀ ਆ। ਜਦੋਂ ਮੈਂ ਆਪਣੇ ਪੀਆਰ ਦੇ ਲਈ ਅਪਲਾਈ ਕਰਨਾ ਸੀਗਾ, ਮੈਨੂੰ ਵੈਸ ਦੇ ਬਾਰੇ ਬਿਲਕੁਲ ਇਨਫੋਰਮੇਸ਼ਨ ਨਹੀਂ ਸੀਗੀ ਵੈਸ ਕੀ ਆ ਕੀ ਨਹੀਂ। ਕਿਉਂਕਿ ਮੈਨੂੰ ਵੀ ਜਦੋਂ ਮੈਨੂੰ ਲਾਇਰ ਨੇ ਕਿਹਾ, ਮੈਨੂੰ ਫੋਨ ਕੀਤਾ ਉਹਨੇ, ਉਹ ਕਹਿੰਦੇ ਵੀ ਤੇਰੇ ਕੋਲ ਇੰਨਾ ਕੁ ਟਾਈਮ ਹੈਗਾ ਆ ਪੀਆਰ ਅਪਲਾਈ ਕਰਨ ਦੇ ਲਈ, ਤਾਂ ਸਿਰਫ ਤੂੰ 2-3 ਮਹੀਨੇ ਦੇ ਵਿੱਚ ਤੈਨੂੰ ਕਰਨਾ ਪੈਣਾ ਆ। ਬਟ ਜਿਹੜੀ ਵੈਸ ਆ ਉਹ ਬਹੁਤ ਟਾਈਮ ਲੈਂਦੀ ਆ, 3-4 ਮਹੀਨੇ ਆਰਾਮ ਨਾਲ ਲੈ ਲੈਂਦੀ ਆ ਡਾਕੂਮੈਂਟਸ ਅਪਰੂਵ ਕਰਨ ਦੇ ਲਈ। ਕਿਉਂਕਿ ਅਸੀਂ ਇੱਧਰੋਂ ਆਨਲਾਈਨ ਅਪਲਾਈ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਇੰਡੀਆ ਤੋਂ ਥੋੜ੍ਹਾ ਟਾਈਮ ਲੱਗਦਾ ਹੁੰਦਾ ਆ। ਇੰਡੀਆ ਤੋਂ ਵੀ 1 ਮੰਥ ਤਾਂ ਲੱਗ ਹੀ ਜਾਂਦਾ ਆ, ਕਈ ਵਾਰ ਜਲਦੀ ਵੀ ਕੰਮ ਹੋ ਜਾਂਦਾ ਆ, ਬਟ ਮੇਰਾ ਕਾਫੀ ਟਾਈਮ ਲੱਗ ਗਿਆ ਸੀਗਾ। ਕਿਉਂਕਿ ਜੇ ਅਸੀਂ ਸਾਡੇ ਅੰਡਰ ਕੋਈ ਹੈਗਾ ਜਾਂ ਅਸੀਂ ਕਿਸੇ ਨੂੰ ਕਹਿ ਕੇ ਵੀ ਛੇਤੀ ਕੰਮ ਕਰਵਾ ਲੈਂਦੇ ਹਾਂ, ਬਟ ਅਦਰਵਾਈਜ਼ ਉਹ ਬਹੁਤ ਜ਼ਿਆਦਾ ਟਾਈਮ ਲੈਂਦੇ ਨੇ। ਅਤੇ ਉਸ ਤੋਂ ਬਾਅਦ ਜਦੋਂ ਉੱਥੋਂ ਇੰਡੀਆ ਤੋਂ ਸਿੱਧੇ ਡਾਕੂਮੈਂਟਸ ਆਉਣ ਦਾ ਟਾਈਮ ਅਤੇ ਉਸ ਤੋਂ ਬਾਅਦ ਵੈਸ ਕੋਲ ਪਹੁੰਚਣ ਦਾ ਟਾਈਮ, ਵੈਸ ਅਪਰੂਵ ਕਿੰਨੇ ਟਾਈਮ ਦੇ ਵਿੱਚ ਕਰਦਾ ਆ, ਉਹ ਉਹਨਾਂ ਨੇ ਕਈ ਵਾਰ ਤੁਹਾਨੂੰ ਬਹੁਤ ਘੱਟ ਟਾਈਮ ਦੱਸਿਆ ਹੁੰਦਾ ਹੈ ਕਿ ਤੁਸੀਂ ਇੰਨੇ ਕੁ ਟਾਈਮ ਦੇ ਵਿੱਚ ਅਸੀਂ ਅਪਰੂਵ ਕਰ ਦਾਂਗੇ। ਉਹ ਤੁਹਾਨੂੰ ਕਹਿ ਦਿੰਦੇ ਨੇ ਕਿ ਅਸੀਂ ਇੰਨੇ ਕੁ ਟਾਈਮ ਦੇ ਵਿੱਚ ਅਪਰੂਵ ਕਰ ਦਾਂਗੇ, ਬਟ ਘੱਟੋ ਘੱਟ 3 ਮਹੀਨੇ ਤਾਂ ਲੱਗਦੇ ਹੀ ਲੱਗਦੇ ਨੇ ਡਾਕੂਮੈਂਟਸ ਅਪਰੂਵ ਹੋਣ ਨੂੰ। ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਆ, ਮੈਂ ਲਾਸਟ ਈਅਰ ਹੀ ਕਰਕੇ ਹਟੀ ਹਾਂ, 2019 ਦੇ ਵਿੱਚ ਇਹ ਮੈਂ ਕੀਤੇ ਸੀਗੇ। ਕਿਉਂਕਿ ਜਿਹੜੇ ਮੈਂ ਆਪਣੇ ਡਾਕੂਮੈਂਟਸ ਇਵੈਲੂਏਸ਼ਨ ਟਰਾਂਸਕ੍ਰਿਪਟਾਂ ਸੀਗੀਆਂ, ਉਹ ਮੈਂ ਆਪਣੇ ਇੱਥੋਂ ਹੀ ਉਹ ਮੈਂ 2019 ਦੇ ਵਿੱਚ ਅਪਰੂਵ ਕਰਵਾਈਆਂ ਸੀਗੀਆਂ। ਕਿਉਂਕਿ ਮੈਂ 2019 ਦੇ ਵਿੱਚ ਹੀ ਆਪਣੀ ਪੀਆਰ ਅਪਲਾਈ ਕਰਨੀ ਸੀਗੀ। ਕਿਉਂਕਿ ਮੈਨੂੰ ਪਹਿਲਾਂ ਕਿਸੇ ਨੇ ਨਹੀਂ ਸੀ ਦੱਸਿਆ ਕਿ ਵੈਸੇ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡੀ ਜਿਹੜੇ ਡਾਕੂਮੈਂਟਸ ਹੁੰਦੇ ਨੇ ਉਹਨਾਂ ਨੂੰ ਅਪਰੂਵ ਕਰਾਉਣ ਦੇ ਲਈ। ਕਿਉਂਕਿ ਮੇਰੀ ਕੰਟੈਕਟ ਦੇ ਵਿੱਚ ਕੋਈ ਇੱਦਾਂ ਸਟੂਡੈਂਟ ਨਹੀਂ ਸੀਗਾ ਜਾਂ ਫਿਰ ਕੋਈ ਹੋਰ ਨਹੀਂ ਸੀਗਾ, ਕਿਉਂਕਿ ਮੈਂ ਕਾਲਜ ਨੇ ਗਈ ਹੈ ਨਹੀਂ ਗੀ ਅਤੇ ਉਹਦੇ ਕਰਕੇ ਮੈਨੂੰ ਪਤਾ ਨਹੀਂ ਸੀਗਾ। ਅਤੇ ਫਿਰ ਜਦੋਂ ਮੇਰੇ ਲਾਇਰ ਨੇ ਮੈਨੂੰ ਫੋਨ ਕੀਤਾ ਅਤੇ ਉਹਨੇ ਮੈਨੂੰ ਕਿਹਾ, ਕਹਿੰਦੇ ਤੈਨੂੰ ਡਾਕੂਮੈਂਟਸ ਤੇਰੇ ਅਪਰੂਵ ਹੈਗੇ ਨੇ ਕਿ ਨਹੀਂ ਹੈਗੇ। ਫਿਰ ਮੈਂ ਪੁੱਛਿਆ, ਮੈਂ ਕਿਹਾ ਮੈਨੂੰ ਤਾਂ ਇਹਦੇ ਬਾਰੇ ਕੋਈ ਨੌਲੇਜ ਹੈ ਨਹੀਂ ਕਿ ਮੈਨੂੰ ਦੱਸੋ ਵੀ ਕੀ ਹੁੰਦਾ ਆ ਕੀ ਨਹੀਂ ਹੁੰਦਾ। ਫਿਰ ਉਹਨੇ ਮੈਨੂੰ ਸਾਰਾ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਅਪਲਾਈ ਕਰਨਾ। ਅਤੇ ਮੇਰੇ ਤੋਂ ਉਹਨੇ ਕਾਫੀ ਪੈਸੇ ਮੰਗ ਲਏ ਸੀਗੇ, ਲਾਈਕ 550 ਮੰਗ ਲਿਆ ਸੀਗਾ। ਬਟ ਪੈਸਾ ਇਹਦੇ ਵਿੱਚ ਸਿਰਫ 0 ਲੱਗਦਾ ਆ, ਕੋਈ ਪੈਸਾ ਨਹੀਂ ਲੱਗਦਾ ਹੈਗਾ। ਬਟ ਜਿਹੜੀ ਔਨਲਾਈਨ ਫੀਸ ਹੁੰਦੀ ਆ, ਡਾਕੂਮੈਂਟਸ ਜੋ ਸਾਡੀਆਂ ਟਰਾਂਸਕ੍ਰਿਪਟ ਹੁੰਦੀਆਂ ਨੇ, ਉਹਨਾਂ ਦੇ ਉੱਪਰ ਅਪਰੂਵ ਕਰਵਾਉਣ ਦੇ ਲਈ ਲੱਗਦੇ ਨੇ ਜਿੰਨੇ ਵੀ ਡਾਲਰ ਲੱਗਦੇ ਨੇ। ਥੋੜ੍ਹੇ ਜਿਹੇ ਇੰਡੀਆ ਤੋਂ ਲੱਗਦੇ ਨੇ ਅਤੇ ਥੋੜ੍ਹੇ ਜਿਹੇ ਇੱਧਰ ਲੱਗਦੇ ਨੇ। ਕਿਉਂਕਿ ਇੰਡੀਆ ਤੋਂ ਜਿਹੜੀ ਅਸੀਂ ਯੂਨੀਵਰਸਿਟੀ ਤੋਂ ਕਰਵਾਉਣੇ ਆ, ਜਿਹੜੀ ਯੂਨੀਵਰਸਿਟੀ ਤੋਂ ਅਸੀਂ ਕੀਤੀ ਹੋਈ ਆ, ਮੇਨ ਯੂਨੀਵਰਸਿਟੀ ਆ, ਉਹ ਤੋਂ ਟਰਾਂਸਕ੍ਰਿਪਟਾਂ ਉਹਨਾਂ ਨੇ ਸਾਈਨ ਕਰਕੇ, ਉਹਨਾਂ ਨੇ ਆਪਣੀਆਂ ਸਟੈਂਪ ਵਗੈਰਾ ਲਗਾ ਕੇ ਵੈਸ ਨੂੰ ਡਾਇਰੈਕਟ ਭੇਜਣੇ ਹੁੰਦੇ ਨੇ। ਇੱਕ ਇਹਦੇ ਵਿੱਚ ਚੇਂਜਸ ਥੋੜ੍ਹੀ ਇਹ ਆਈ ਆ ਕਿ 2018 ਦੇ ਵਿੱਚ ਜਿੰਨੇ ਵੀ ਸਟੂਡੈਂਟ ਸੀਗੇ, ਉਸ ਤੋਂ ਪਹਿਲਾਂ ਜੋ 2018 ਦਸੰਬਰ ਤੋਂ ਇਹਨਾਂ ਨੇ ਰੂਲ ਚੇਂਜ ਕੀਤਾ ਸੀਗਾ। 2018 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜੇ ਸਟੂਡੈਂਟ ਅਪਲਾਈ ਕਰਦੇ ਹੁੰਦੇ ਸੀਗੇ ਇਵੈਲੂਏਸ਼ਨ ਆਪਣੀ ਅਪਰੂਵ ਕਰਵਾਉਣ ਦੇ ਲਈ, ਉਹ ਡਾਕੂਮੈਂਟਸ ਜਿਹੜੇ ਹੁੰਦੇ ਸੀਗੇ ਉਹ ਡਾਇਰੈਕਟ ਆਪਣੇ ਕੋਲ ਮੰਗਵਾ ਲੈਂਦੇ ਹੁੰਦੇ ਸੀਗੇ। ਅਤੇ ਆਪਣੇ ਕੋਲ ਲਾਈਕ ਮੈਂ ਆਪਣੀ ਯੂਨੀਵਰਸਿਟੀ ਨੂੰ ਕਿਹਾ ਇੰਡੀਆ ਵੀ ਮੈਨੂੰ ਆਹ ਵਾਲੇ ਡਾਕੂਮੈਂਟਸ ਸਾਈਨ ਵਗੈਰਾ ਕਰਕੇ ਮੇਰੇ ਕੋਲ ਭੇਜ ਦਿਓ। ਤਾਂ ਮੈਂ ਆਪਣਾ ਐਡਰੈਸ ਦਿੱਤਾ। ਆਪਣਾ ਐਡਰੈਸ ਦੇਣ ਤੋਂ ਬਾਅਦ ਜਦੋਂ ਮੇਰੇ ਹੱਥ ਲੱਗ ਗਏ ਉਹ ਡਾਕੂਮੈਂਟਸ, ਤਾਂ ਮੈਂ ਡਾਇਰੈਕਟ ਵੈਸ ਕੋਲ ਭੇਜੂੰਗੀ। ਬਟ ਵੈਸ ਨੇ ਇਸ ਵਾਰੀ ਚੇਂਜ ਕਰਤਾ। ਮੇ ਵੀ ਉਹਨੂੰ ਕੋਈ ਫਾਲਟ ਲੱਗਿਆ, ਉਹਨੂੰ ਨਹੀਂ ਸਹੀ ਲੱਗਿਆ ਕਾਫੀ। ਮੇ ਵੀ ਕਈ ਜਾਣਿਆਂ ਨੇ ਲਾਈਕ ਕੁਝ ਪ੍ਰੋਬਲਮ ਖੜੀ ਕੀਤੀ ਹੋਣੀ ਆ, ਤਾਂ ਕਰਕੇ ਉਹਨਾਂ ਨੇ ਫਿਰ ਚੇਂਜ ਕੀਤਾ ਸੀਗਾ ਸਾਰਾ ਸਿਸਟਮ। ਉਹਨਾਂ ਨੇ 2018 ਦਸੰਬਰ ਤੋਂ ਹੀ ਸਾਰਾ ਰੂਲ ਚੇਂਜ ਕਰਤਾ ਸੀਗਾ। ਜਿਹੜੀ ਤੁਸੀਂ ਯੂਨੀਵਰਸਿਟੀ ਤੋਂ ਆਪਣੀ ਸਟੱਡੀ ਕੀਤੀ ਆ, ਉਹ ਯੂਨੀਵਰਸਿਟੀ ਨੂੰ ਡਾਇਰੈਕਟ ਤੁਹਾਡੇ ਕੋਲ ਡਾਕੂਮੈਂਟ ਨਹੀਂ ਭੇਜਣੇ, ਉਹ ਯੂਨੀਵਰਸਿਟੀ ਡਾਇਰੈਕਟ ਤੁਹਾਡੇ ਵੈਸ ਨੂੰ ਡਾਕੂਮੈਂਟ ਭੇਜੂਗੀ। ਤਾਂ ਤੁਸੀਂ ਸਾਰਾ ਪ੍ਰੋਸੈਸ ਕਰ ਲਿਆ। ਉਸ ਤੋਂ ਬਾਅਦ ਤੁਹਾਨੂੰ ਇੱਕ ਤਾਂ ਰੈਫਰੈਂਸ ਨੰਬਰ ਦਿੰਦੇ ਹੁੰਦੇ ਨੇ, ਅਤੇ ਉਸ ਤੋਂ ਬਾਅਦ ਪ੍ਰੋਸੈਸ ਦੇ ਬਾਅਦ ਤੁਹਾਨੂੰ ਇੱਕ ਸਾਹਮਣੇ ਆਉਂਦਾ ਹੁੰਦਾ ਆ ਕਿ ਤੁਸੀਂ ਕਿਹੜੇ ਐਡਰੈਸ ਦੇ
ਦੇ ਉੱਪਰ ਆਪਣੇ ਡਾਕੂਮੈਂਟਸ ਸੈਂਡ ਕਰਵਾ ਸਕਦੇ ਹਾਂ ਤਾਂ ਤੁਹਾਨੂੰ ਉਹੀ ਐਡਰੈਸ ਦੇਣਾ ਪੈਣਾ ਆ। ਆਪਣਾ ਘਰ ਦਾ ਐਡਰੈਸ ਬਿਲਕੁਲ ਨਹੀਂ ਤੁਸੀਂ ਦੇ ਸਕਦੇ ਹੈਗੇ, ਅਦਰਵਾਈਜ਼ ਤੁਹਾਡੇ ਡਾਕੂਮੈਂਟਸ ਅਪਰੂਵ ਨਹੀਂ ਕਰਨੇ। ਜਿੱਥੇ 2-3 ਮਹੀਨੇ ਲੱਗਣੇ ਨੇ ਉੱਥੇ ਤੁਹਾਡੇ 3 ਮੰਥ ਹੋਰ ਲੱਗ ਜਾਣੇ ਨੇ, ਤਾਂ ਤੁਹਾਨੂੰ ਪ੍ਰੋਬਲਮ ਬਹੁਤ ਵੱਡੀ ਆਉਣੀ ਆ। ਇਸ ਵੀਡੀਓ ਦੇ ਵਿੱਚ ਮੈਂ ਸਾਰਾ ਸਟੈਪ ਬਾਈ ਸਟੈਪ ਕਵਰ ਕੀਤਾ ਆ ਕਿ ਤੁਸੀਂ ਆਪਣਾ ਕਿੱਦਾਂ ਕਰ ਸਕਦੇ ਹੋ ਵੈਸ ਦੇ ਵਿੱਚ ਡਾਕੂਮੈਂਟਸ ਨੂੰ ਅਪਲਾਈ। ਬਹੁਤ ਹੀ ਜ਼ਿਆਦਾ ਈਜ਼ੀ ਸਟੈਪ ਨੇ, ਕੁਝ ਵੀ ਹਾਰਡ ਨਹੀਂ ਹੈਗਾ। ਸਾਰੀ ਵੀਡੀਓ ਨੂੰ ਪੂਰਾ ਕੰਪਲੀਟਲੀ ਦੇਖ ਲਿਓ ਜਿਨ੍ਹਾਂ ਨੇ ਵੈਸ ਦੇ ਆਪਣੇ ਡਾਕੂਮੈਂਟਸ ਅਪਲਾਈ ਕਰਨੇ ਨੇ। ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਪੀਆਰ ਵੀ ਹੋਗੇ, ਜੇ ਤੁਸੀਂ ਅੱਗੇ ਆਪਣੀ ਸਟੱਡੀ ਕਿਸੇ ਹੋਰ ਕਾਲਜ ਦੇ ਵਿੱਚ ਵੀ ਲੈਣੀ ਆ ਤਾਂ ਤੁਹਾਨੂੰ ਵੈਸ ਦੇ ਡਾਕੂਮੈਂਟਸ ਜਿਹੜੀਆਂ ਟਰਾਂਸਕ੍ਰਿਪਟਾਂ ਹੁੰਦੀਆਂ ਨੇ ਉਹਦੀ ਇਵੈਲੂਏਸ਼ਨ ਵੀ ਚਾਹੀਦੀ ਹੁੰਦੀ ਹੈ, ਕਿਉਂਕਿ ਮੈਂ ਇੱਥੇ ਟਰਾਈ ਕਰਕੇ ਦੇਖਿਆ ਸੀਗਾ ਤੇ ਮੈਨੂੰ ਜਦੋਂ ਮੈਂ ਕਾਲਜ ਦੇ ਵਿੱਚ ਅਪਲਾਈ ਕੀਤਾ ਸੀਗਾ ਤਾਂ ਉਹਨਾਂ ਨੇ ਮੇਰੀ ਵੈਸ ਤੋਂ ਮੰਗੇ ਸੀਗੇ ਡਾਕੂਮੈਂਟਸ ਵੀ। ਮੇਰੀ ਜਿਹੜੀ ਇਵੈਲੂਏਸ਼ਨ ਟਰਾਂਸਕ੍ਰਿਪਟ ਉਹਨਾਂ ਨੇ ਅਪਰੂਵ ਕੀਤੀ ਹੋਈ ਆ ਉਹ ਸਾਨੂੰ ਚਾਹੀਦੀ ਆ। ਫਿਰ ਵੈਸ ਡਾਇਰੈਕਟ ਹੀ ਉਹਨਾਂ ਕੋਲ ਭੇਜਦਾ ਆ, ਕਿਉਂਕਿ ਮੈਂ ਲਾਈਕ ਇੱਦਾਂ ਡਾਇਰੈਕਟਲੀ ਵੈਸ ਨੂੰ ਕਹਿ ਸਕਦੀ ਹਾਂ ਜਿੱਦਾਂ ਹੁਣ ਮੇਰੇ ਸਾਰੇ ਡਾਕੂਮੈਂਟਸ ਵੈਸ ਕੋਲ ਪਏ ਨੇ ਤਾਂ ਉਹ ਮੈਂ ਉਹਨਾਂ ਨੂੰ ਅਪਲਾਈ ਕਰਨਾ ਆ ਵੀ ਤੁਸੀਂ ਮੇਰੇ ਆਹ ਡਾਕੂਮੈਂਟਸ ਇੱਥੇ ਸੈਂਡ ਕਰ ਦਿਓ ਉਹ ਕਾਲਜ ਦੇ ਵਿੱਚ। ਤਾਂ ਉਹ ਤੁਹਾਡੇ ਡਾਕੂਮੈਂਟਸ ਉਹਨਾਂ ਨੇ ਉਹ ਕਾਲਜ ਦੇ ਵਿੱਚ ਸੈਂਡ ਕਰ ਦੇਣੇ ਨੇ। ਉਹਦੇ ਵਿੱਚ ਵੀ ਥੋੜੇ ਜਿਹੇ ਪੈਸੇ ਲੱਗਦੇ ਨੇ, ਜ਼ਿਆਦਾ ਪੈਸੇ ਨਹੀਂ ਲੱਗਦੇ ਹੈਗੇ। ਆਈ ਥਿੰਕ $30 or $50 ਲੱਗਦੇ ਨੇ, ਜ਼ਿਆਦਾ ਨਹੀਂ ਲੱਗਦੇ ਹੈਗੇ। ਸੋ ਇਸ ਵੀਡੀਓ ਦੇ ਵਿੱਚ ਸਾਰਾ ਮੈਂ ਕਵਰ ਕੀਤਾ ਹੈ ਕਿ ਤੁਸੀਂ ਵੈਸੇ ਤੇ ਆਪਣੇ ਡਾਕੂਮੈਂਟਸ ਕਿੱਦਾਂ ਅਪਲਾਈ ਕਰ ਸਕਦੇ ਹੋ, ਕਿਤੇ ਵੀ ਬੈਠ ਕੇ ਕਰ ਸਕਦੇ ਹੋ, ਆਨਲਾਈਨ ਹੀ ਅਪਲਾਈ ਕਰਨੇ ਨੇ, ਕੁਝ ਵੀ ਇਹਦੇ ਵਿੱਚ ਹਾਰਡ ਨਹੀਂ ਹੈਗਾ। ਸੋ ਸਾਰੀ ਵੀਡੀਓ ਨੂੰ ਪੂਰਾ ਫੁੱਲ ਦੇਖ ਲਿਓ। ਅਗਰ ਤੁਹਾਨੂੰ ਕੋਈ ਕੁਐਸਚਨ ਦੀ ਲੋੜ ਹੈਗੀ ਆ, ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ। ਕਮੈਂਟ ਕਰਕੇ ਮੈਨੂੰ ਕੁਝ ਵੀ ਪੁੱਛ ਸਕਦੇ ਹੋ, ਮੈਂ ਹਰ ਕਮੈਂਟ ਦਾ ਜਵਾਬ ਦਊਂਗੀ। ਤਾਂ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ। ਵਧੀਆ ਲੱਗੀ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਅਸੀਂ ਵਰਡ ਸਰਵਿਸ ਐਜੂਕੇਸ਼ਨ ਵਾਲੀ ਸਾਈਟ ਦੇ ਉੱਪਰ ਜਾਵਾਂਗੇ ਤੇ ਉੱਤੇ ਜਾਣ ਤੋਂ ਬਾਅਦ ਸਾਡੇ ਕੋਲ ਇਦਾਂ ਦੀ ਵੈਬਸਾਈਟ ਓਪਨ ਹੋ ਜੂਗੀ। ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈਗੀ ਹੈ, ਤੁਸੀਂ ਪੜ੍ਹ ਸਕਦੇ ਹੋ। ਇੱਥੇ ਤੁਸੀਂ ਆਪਣੀ ਕੰਟਰੀ ਨੂੰ ਚੇਂਜ ਕਰ ਸਕਦੇ ਹੋ। ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਈਮੇਲ ਆਈਡੀ ਹੈਗੀ ਆ, ਅਪਲਾਈ ਕੀਤਾ ਹੋਇਆ ਆ ਤੁਸੀਂ, ਤਾਂ ਤੁਸੀਂ ਸਾਈਨ ਇਨ ਤੇ ਕਰ ਸਕਦੇ ਹੋ ਜਾਂ ਫਿਰ ਅਪਲਾਈ ਨਾਓ ਤੇ। ਇੱਥੇ ਪਹਿਲਾਂ ਤੁਹਾਨੂੰ ਆਪਣੀ ਵਾਲੀ ਚੇਂਜ ਕਰਨੀ ਪੈਣੀ ਹੈ ਵੈਬਸਾਈਟ। ਜੇ ਤੁਸੀਂ ਕੈਨੇਡਾ ਹੋ ਤਾਂ ਕੈਨੇਡਾ ਤੋਂ, ਜੇ ਤੁਸੀਂ ਯੂਨਾਈਟਿਡ ਸਟੇਟਸ ਤੋਂ ਹੋ ਤਾਂ ਤੁਸੀਂ ਉੱਥੋਂ ਕਰ ਸਕਦੇ ਹੋ। ਤਾਂ ਇੱਥੇ ਮੈਂ ਕੈਨੇਡਾ ਤੋਂ ਕਰੂੰਗੀ। ਤੇ ਉਸ ਤੋਂ ਬਾਅਦ ਜੇ ਤਾਂ ਮੇਰੇ ਕੋਲ ਆਲਰੇਡੀ ਮੈਂ ਅਪਲਾਈ ਕੀਤਾ ਹੋਇਆ ਆ ਤਾਂ ਮੈਂ ਸਾਈਨ ਇਨ ਸਿੱਧਾ ਕਰ ਲੈਣਾ ਆ। ਤੇ ਹੁਣ ਮੈਂ ਫਸਟ ਟਾਈਮ ਅਪਲਾਈ ਕਰਨਾ ਹੈ ਤਾਂ ਮੈਂ ਗੈਟ ਸਟਾਰਟਡ ਤੇ ਕਲਿੱਕ ਕਰ ਦੇਣਾ ਆ। ਉਸ ਤੋਂ ਬਾਅਦ ਤੁਸੀਂ ਕਿੱਥੇ ਕਰਨੀ ਆ ਆਪਣੀ ਇਵੈਲੂਏਸ਼ਨ, ਕਾਹਦੇ ਲਈ ਯੂਜ਼ ਕਰਨੀ ਆ। ਮੈਂ ਕੈਨੇਡਾ ਦੇ ਲਈ ਕਰਨੀ ਆ ਤਾਂ ਮੈਂ ਕੈਨੇਡਾ ਕਲਿੱਕ ਕਰੂੰਗੀ। ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਐਪਲੀਕੇਸ਼ਨ ਆ ਜਾਣੀ ਆ। ਇਹਦੇ ਵਿੱਚ ਆ ਜਾਂਦਾ ਆ ਵੈਸ ਸਟੈਂਡਰਡ ਐਪਲੀਕੇਸ਼ਨ। ਇਹਦੇ ਵਿੱਚ ਤੁਸੀਂ ਕਾਹਦੇ ਲਈ ਯੂਜ਼ ਕਰਨੀ ਆ ਤੇ ਐਜੂਕੇਸ਼ਨ ਦੇ ਲਈ ਕਰਨੀ ਆ, ਕੋਈ ਇੰਪਲੋਇਮੈਂਟ ਆ ਜਾਂ ਲਾਇਸੈਂਸ ਸ਼ੇਅਰ ਆ ਉਹਦੇ ਲਈ ਕਰਨੀ ਆ। ਤੁਸੀਂ ਆਪਣੇ ਅਕੋਰਡਿੰਗਲੀ ਦੇਖ ਕੇ ਕਰਨੀ ਆ। ਉਸ ਤੋਂ ਬਾਅਦ ਈਸੀ ਐਪਲੀਕੇਸ਼ਨ ਫੋਰ IRC ਲਈ ਆ ਜਾਂਦਾ। ਇਹ ਤੁਸੀਂ ਇਮੀਗ੍ਰੇਸ਼ਨ ਪਰਪਸ ਦੇ ਲਈ ਕਰਨੀ ਆ, ਜਿਵੇਂ ਕਿਸੇ ਨੇ PR ਦੇ ਲਈ ਕਰਨੀ ਹੋਵੇ ਜਾਂ ਫਿਰ ਐਜੂਕੇਸ਼ਨਲ ਕਰਨੀ ਹੋਵੇ, ਇਹ ਉਹਦੇ ਲਈ ਹੁੰਦੀ ਆ। ਤੇ ਆ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੋਈ ਹੈ ਇਹਨਾਂ ਨੇ। ਜਿਹੜੀ ਇੱਕ ਹੋਰ ਆ ਉਹ ਈਸੀ ਐਪਲੀਕੇਸ਼ਨ ਫੋਰ ਐਗਰੀ ਫੂਡ ਪਾਇਲਟ ਦੇ ਲਈ। ਇਹ ਵੀ ਤੁਸੀਂ ਅਗਰ ਤੁਹਾਨੂੰ ਇਹਦੀ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਅਕੋਰਡਿੰਗਲੀ ਕਰ ਸਕਦੇ ਹੋ। ਜਿੱਦਾਂ ਮੈਂ PR ਦੇ ਲਈ ਕੀਤਾ ਸੀਗਾ ਤਾਂ ਮੈਂ ਇਹਦੇ ਲਈ ਕੀਤਾ ਸੀਗਾ, ਜਿਹੜੇ ਸੈਕਿੰਡ ਵਾਲਾ ਆ। ਪਹਿਲਾ ਸਿਸਟਮ ਹੋਰ ਸੀਗਾ, ਪਹਿਲਾਂ ਬਹੁਤ ਸਿੰਪਲ ਸੀਗਾ। ਤੇ ਜਿਹੜੀਆਂ ਆਹ ਵਾਲੀਆਂ ਦੀਆਂ ਪ੍ਰਾਈਵੇਸੀ ਪਾਲਿਸੀ ਹੁੰਦੀਆਂ ਨੇ ਇਹਨਾਂ ਨੂੰ ਪਲੀਜ਼ ਐਕਸੈਪਟ ਕਰ ਲਿਓ। ਇੱਕ ਵਾਰ ਐਕਸੈਪਟ ਕਰਨ ਤੋਂ ਬਾਅਦ ਆਲਰੇਡੀ ਉਹ ਚਲੇ ਜਾਂਦਾ ਹੁੰਦਾ। ਤੇ ਜਦੋਂ ਮੈਂ ਪਹਿਲੀ ਵਾਰ ਅਪਲਾਈ ਕੀਤਾ ਸੀਗਾ ਉਦੋਂ ਥੋੜਾ ਪ੍ਰੋਸੈਸ ਇਹਦਾ ਹੋਰ ਸੀਗਾ। ਹੁਣ ਇਹਨਾਂ ਨੇ ਕਾਫੀ ਚੇਂਜਸ ਕੀਤੀਆਂ ਹੋਈਆਂ ਨੇ। ਤਾਂ ਇਹਦੇ ਵਿੱਚ ਅਸੀਂ ਕ੍ਰੀਏਟ ਅਕਾਊਂਟ ਕਰਨਾ ਆ। ਫਸਟ ਆਪਣਾ ਨਾਮ ਦੇਣਾ ਹੈ, ਜਿੱਦਾਂ ਮੈਂ ਕੋਈ ਹੋਰ ਨਾਮ ਦੇ ਦੂੰਗੀ। ਜਿੱਦਾਂ ਮੈਂ ਰਮਨ ਦੇ ਤਾ, ਵੈਸੇ ਰਮਨ ਨਹੀਂ ਹੈਗਾ ਮੇਰਾ ਨਾਮ। ਤੇ ਇਹਦੇ ਵਿੱਚ ਮੈਂ ਕੌਰ ਪਾ ਦੂੰਗੀ। ਤੇ ਉਸ ਤੋਂ ਬਾਅਦ ਜਿਹੜਾ ਪਾਸਵਰਡ ਦੇਣਾ ਆ, ਫਸਟ ਲੈਟਰ ਕੈਪੀਟਲ ਰੱਖਾਂਗੇ। ਉਸ ਤੋਂ ਬਾਅਦ ਇੱਕ ਆਪਾਂ ਕੋਈ ਵੀ ਮਾਰਕਸ ਦੇਵਾਂਗੇ, ਸਿੰਬਲ ਦੇਵਾਂਗੇ। ਉਸ ਤੋਂ ਬਾਅਦ ਸ਼ਾਰਟ ਲੈਟਰ ਆ ਜਾਣੇ ਨੇ ਤੇ ਉਸ ਤੋਂ ਬਾਅਦ ਫਿਰ ਸਪੈਸ਼ਲ ਕਰੈਕਟਰ ਤੋਂ ਬਾਅਦ ਫਿਰ ਵੀ ਕੋਈ ਤੁਸੀਂ ਨਿਊਮੈਰਿਕ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਇੱਥੇ ਤੁਹਾਡੇ ਕੋਲ ਸਿਕਿਉਰਿਟੀ ਕੁਐਸਚਨ ਪੁੱਛਣਗੇ। ਸਿਕਿਉਰਿਟੀ ਕੁਐਸਚਨ ਦੇ ਵਿੱਚ ਤੁਸੀਂ ਆਪਣਾ ਕੁਝ ਵੀ ਇਹਦੇ ਵਿੱਚ ਸਿਲੈਕਟ ਕਰ ਲੈਣਾ ਆ। ਲਾਈਕ ਮੈਂ ਫੇਵਰੇਟ ਬੁੱਕ ਕਰੂੰਗੀ ਤਾਂ ਮੈਂ ਬੁੱਕ ਆਪਦੀ ਪਸੰਦ ਦੀ ਲਿਖ ਦੂੰਗੀ, ਮੈਨੂੰ ਕਿਹੜੀ ਬੁੱਕ ਪਸੰਦ ਆ। ਤੇ ਉਸ ਤੋਂ ਬਾਅਦ ਜੇ ਤਾਂ ਤੁਸੀਂ ਉਹਨਾਂ ਦੀਆਂ ਮੇਲਸ ਲੈਣੀਆਂ ਨਹੀਂ ਚਾਹੁੰਦੇ ਹੋ ਤਾਂ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਕਰ ਦਿਓ, ਅਦਰਵਾਈਜ਼ ਨਹੀਂ ਲੈਣੀਆਂ ਤਾਂ ਰਹਿਣ ਦਿਓ। ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਚੈੱਕ ਕਰਨੀ ਆ ਵੀ ਸਹੀ ਭਰੀ ਆ।
ਤਾਂ ਉਸ ਤੋਂ ਬਾਅਦ ਕ੍ਰੀਏਟ ਅਕਾਊਂਟ ਕਰ ਦੇਣਾ ਆ। ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਣਾ ਕੁਝ ਸੈਕਿੰਡ ਦੇ ਵਿੱਚ। ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਕੋਈ ਕੁਐਸਚਨ ਆ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੈਗਾ, ਤੁਸੀਂ ਇੱਥੇ ਟਾਈਪ ਕਰਕੇ ਆਪਣਾ ਕੁਐਸਚਨ ਕੁਛ ਵੀ ਉਹਨਾਂ ਤੋਂ ਪੁੱਛ ਸਕਦੇ ਹੋ, ਕਿਉਂਕਿ ਇਹ ਉਹਨਾਂ ਨੇ ਆਲਰੇਡੀ ਸਾਰਾ ਸਿਸਟਮ ਦੇ ਵਿੱਚ ਪਾਇਆ ਹੋਇਆ ਹੈ। ਤੁਹਾਡਾ ਕੋਈ ਡਾਊਟ ਹੈਗਾ ਆ ਤਾਂ ਤੁਸੀਂ ਪੁੱਛੋ, ਤੁਹਾਨੂੰ ਆਟੋਮੈਟਿਕਲੀ ਕੰਪਿਊਟਰ ਨੇ ਸਾਰਾ ਇਨਫੋਰਮੇਸ਼ਨ ਦੱਸ ਦੇਣੀ ਆ ਵੀ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਆ। ਸੋ ਮੈਨੂੰ ਪਤਾ ਆ ਤਾਂ ਕਰਕੇ ਮੈਨੂੰ ਆਫ ਕਰੂੰਗੀ ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਫਿਰ ਸਾਰੀ ਇਨਫੋਰਮੇਸ਼ਨ ਇੱਦਾਂ ਆ ਜਾਣੀ ਆ ਅਤੇ ਤੁਸੀਂ ਇੱਥੇ ਆਪਣੀ ਜੋ ਵੀ ਸਿਲੈਕਟ ਕਰਨਾ ਆ ਉਹ ਸਾਰਾ ਸਿਲੈਕਟ ਕਰਨਾ ਆ। ਉਸ ਤੋਂ ਬਾਅਦ ਯੂਅਰ ਮੇਲਿੰਗ ਐਡਰੈਸ, ਇਹਦੇ ਵਿੱਚ ਇਹ ਐਡਰੈਸ ਦੇ ਵਿੱਚ ਅਸੀਂ ਉਹ ਐਡਰੈਸ ਭੇਜਣਾ ਆ ਕਿ ਤੁਹਾਡੇ ਡਾਕੂਮੈਂਟਸ ਜਿਹੜੇ ਵੈਸੇ ਨੇ ਭੇਜਣੇ ਨੇ ਉਹ ਕਿੱਥੇ ਭੇਜਣੇ ਨੇ, ਡਾਇਰੈਕਟ ਤੁਹਾਡੇ ਕੋਲ ਆਉਣ ਜਾਂ ਫਿਰ ਇਮੀਗ੍ਰੇਸ਼ਨ ਵਾਲੇ ਜਿਹੜਾ ਆਫਿਸ ਆ ਉੱਥੇ ਜਾਣ, ਜਾਂ ਫਿਰ ਜਿਹੜੇ ਤੁਸੀਂ ਕਿਸੇ ਹੋਰ ਕੰਮ ਦੇ ਲਈ ਕਰਨੇ ਨੇ ਫਿਰ ਵੈਸੇ ਤੁਹਾਡੇ ਡਾਕੂਮੈਂਟਸ ਉੱਥੇ ਡਾਇਰੈਕਟ ਭੇਜੇ। ਇੱਥੇ ਮੈਂ ਕੰਟਰੀ ਕਰੂੰਗੀ ਕੈਨੇਡਾ। ਲਾਈਕ ਮੈਂ ਇੱਥੋਂ ਦਾ ਉਹ ਵਾਲਾ ਐਡਰੈਸ ਭਰਨਾ ਆ ਜਿੱਥੇ ਮੈਂ ਚਾਹੁੰਦੀ ਹਾਂ ਵੀ ਮੇਰੇ ਡਾਕੂਮੈਂਟਸ ਉੱਥੇ ਜਾਣ। ਲਾਈਕ ਮੈਂ ਕੋਈ ਵੀ ਭਰ ਦੇਣਾ ਆ, ਵੈਸੇ ਮੈਂ ਤੁਹਾਨੂੰ ਦਿਖਾਉਣ ਦੇ ਲਈ ਭਰਦੀ ਹਾਂ, ਇੱਦਾਂ ਮੈਂ ਕੁਛ ਨਹੀਂ ਉਹ ਕਰਨਾ ਹੈਗਾ। ਪ੍ਰੋਵਿੰਸ ਇਹਦੇ ਵਿੱਚ ਮੈਂ ਓਨਟਾਰੀਓ ਕਰੂੰਗੀ ਅਤੇ ਜਿਪ ਪੋਸਟਲ ਇਹ ਵੀ ਉਹਦਾ ਹੀ ਕੋਡ ਆ ਜਾਣਾ ਆ ਜੋ ਤੁਹਾਨੂੰ ਉੱਥੇ ਸ਼ੋਅ ਹੋਊਗਾ ਐਡਰੈਸ, ਜੋ ਤੁਹਾਡੇ ਕੋਲ ਐਡਰੈਸ ਹੈਗਾ ਉਹ ਵਾਲਾ। ਉਸ ਤੋਂ ਬਾਅਦ ਤੁਸੀਂ ਆਪਣਾ ਟੈਲੀਫੋਨ ਨੰਬਰ ਇਹਦੇ ਵਿੱਚ ਦੇਣਾ ਆ, ਉਹ ਆਪਣਾ ਕੋਈ ਵੀ ਯੂਜ਼ ਕਰ ਸਕਦੇ ਹੋ, ਇਹ ਇੰਪੋਰਟੈਂਟ ਹੈਗਾ ਆ ਤਾਂ ਇਹਦੇ ਵਿੱਚ ਦੇਣਾ ਪੈਣਾ ਆ। ਅਤੇ ਉਸ ਤੋਂ ਬਾਅਦ ਤੁਹਾਡੀ ਲੌਗਇਨ ਇਨਫੋਰਮੇਸ਼ਨ ਆ ਵਾਲੀ ਆ, ਪਾਸਵਰਡ ਜੀ ਚੇਂਜ ਕਰਨਾ ਇੱਥੇ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਸਾਰੀ ਇਨਫੋਰਮੇਸ਼ਨ ਭਰਤੀ ਤੁਸੀਂ ਤਾਂ ਤੁਸੀਂ ਨੈਕਸਟ 'ਤੇ ਕਲਿੱਕ ਕਰਨਾ ਆ। ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਲ ਇੱਦਾਂ ਦੀ ਸਾਰੀ ਇਨਫੋਰਮੇਸ਼ਨ ਆ ਜਾਣੀ ਆ, ਤੁਹਾਡੇ ਕੋਲ ਇੱਦਾਂ ਦੀ ਸਕਰੀਨ ਆਊਗੀ। ਇੱਦਾਂ ਦੀ ਸਕਰੀਨ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਅਤੇ ਪਰਸਨਲ ਇਨਫੋਰਮੇਸ਼ਨ ਆ। ਹੁਣ ਤੁਸੀਂ ਆਪਣੀ ਐਜੂਕੇਸ਼ਨ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਸੇਵ ਕਰਨਾ ਆ। ਇਹਦੇ ਵਿੱਚ ਜਿਹੜੇ ਹੋ ਗਏ ਸਾਰੀ ਇਨਫੋਰਮੇਸ਼ਨ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਹੋ, ਜੋ ਵੀ ਤੁਹਾਨੂੰ ਚਾਹੀਦਾ ਆ, ਜੋ ਕੁਛ ਵੀ ਇਹਨਾਂ ਨੇ ਸਾਰੇ ਡਾਕੂਮੈਂਟਸ ਰਿਕੁਆਇਰਡ ਲਿਖੇ ਹੋਏ ਨੇ ਸਾਰੇ। ਜਿਹੜੇ ਜਦੋਂ ਡਾਕੂਮੈਂਟਸ ਨੂੰ ਐਡ ਕਰਨਾ ਆ, ਜੋ ਤੁਸੀਂ ਐਜੂਕੇਸ਼ਨ ਕੀਤੀ ਹੋਈ ਆਪਣੀ, ਤਾਂ ਇਹਦੇ ਉੱਪਰ ਕਲਿੱਕ ਕਰਨਾ। ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਕੰਟਰੀ ਆਫ ਐਜੂਕੇਸ਼ਨ ਨੂੰ ਸਿਲੈਕਟ ਕਰਨਾ ਹੈ, ਤੁਸੀਂ ਕਿਹੜੀ ਕੰਟਰੀ ਤੋਂ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕੀਤਾ ਆ। ਲਾਈਕ ਇੰਡੀਆ ਤੋਂ ਕੀਤਾ ਆ, ਇੰਡੀਆ ਤੋਂ ਕਰ ਲਿਆ। ਉਸ ਤੋਂ ਬਾਅਦ ਟਾਈਪ ਆਫ ਐਜੂਕੇਸ਼ਨ, ਤੁਸੀਂ ਕਿਸ ਟਾਈਪ ਦੀ ਐਜੂਕੇਸ਼ਨ ਕੀਤੀ ਹੈ, ਯੂਨੀਵਰਸਿਟੀ ਐਜੂਕੇਸ਼ਨ ਕੀਤੀ ਆ ਜਾਂ ਫਿਰ ਸਟੇਟ ਬੋਰਡ ਟੈਕਨੀਕਲ ਐਜੂਕੇਸ਼ਨ ਕੀਤੀ ਆ, ਨਰਸਿੰਗ ਦੇ ਵਿੱਚ ਕੀਤੀ ਆ ਜਾਂ ਫਿਰ ਕੋਈ ਹੋਰ ਕੀਤੀ ਆ, ਤੁਸੀਂ ਉਹ ਸਿਲੈਕਟ ਕਰ ਸਕਦੇ ਹੋ। ਮੈਂ ਕਰੂੰਗੀ ਯੂਨੀਵਰਸਿਟੀ ਐਜੂਕੇਸ਼ਨ ਦੇ ਵਿੱਚ ਟਾਈਪ ਆਫ ਥੀਸ ਅਪਲਾਈਜ਼, ਕਿਹੜੇ ਟਾਈਪ ਦੇ ਲਈ, ਬੈਚਲਰ ਪ੍ਰੋਗਰਾਮ ਆ, ਮਾਸਟਰ ਪ੍ਰੋਗਰਾਮ ਆ ਜਾਂ ਕਾਹਦੇ ਲਈ ਆ। ਤਾਂ ਮੈਂ ਜੇ ਫਸਟ ਬੈਚਲਰ ਲਈ ਕਰਨਾ ਆ, ਕਿਉਂਕਿ ਸਾਨੂੰ ਆਪਣੀ ਗ੍ਰੈਜੂਏਸ਼ਨ ਅਤੇ ਉਸ ਤੋਂ ਬਾਅਦ ਜਿਹੜੀ ਪੋਸਟ ਗ੍ਰੈਜੂਏਸ਼ਨ ਆ ਦੋਨੇ ਭਰਨੀਆਂ ਪੈਣਗੀਆਂ। ਜੇ ਤੁਸੀਂ ਦੋਨੇ ਕੀਤੀਆਂ ਨੇ, ਜੇ ਇੱਕ ਕੀਤੀ ਆ ਤਾਂ ਤੁਸੀਂ ਇੱਕੋ ਹੀ ਭਰਨੀ ਆ। ਤਾਂ ਇਹਦੇ ਵਿੱਚ ਫਸਟ ਆਵਲੀ ਸਿਲੈਕਟ ਕਰੂੰਗੀ। ਤਾਂ ਇਹਦੇ ਵਿੱਚ ਅਸੀਂ ਨੇਮ ਆਫ ਇੰਸਟੀਟਿਊਟ, ਜਿੱਦਾਂ ਮੈਂ ਕੀਤੀ ਸੀਗੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ, ਮੈਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕਰ ਲੈਣੀ ਆ। ਇਹਦੇ ਵਿੱਚ ਮੇਰਾ ਆ ਜਾਣਾ ਡਿਪਲੋਮੇ ਦਾ ਨਾਮ, ਮੈਂ ਕੀ ਕੀਤਾ ਸੀਗਾ, ਤਾਂ ਮੈਂ ਕੀਤਾ ਸੀਗਾ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ। ਤਾਂ ਲਾਈਕ ਮੈਂ ਕੋਈ ਵੀ ਇਹਦੇ ਵਿੱਚੋਂ ਲਾਈਕ ਸਿਲੈਕਟ ਕਰ ਲੈਣਾ ਆ। ਲਾਈਕ ਮੈਂ ਕੰਪਿਊਟਰ ਐਪਲੀਕੇਸ਼ਨ ਕਰੂੰਗੀ, ਤਾਂ ਜੋ ਵੀ ਤੁਹਾਡਾ ਕੰਪਿਊਟਰ ਦਾ ਹੋਊਗਾ ਤੁਸੀਂ ਉਹ ਵਾਲਾ ਸਿਲੈਕਟ ਕਰ ਲੈਣਾ। ਉਸ ਤੋਂ ਬਾਅਦ ਇਹਦੇ ਵਿੱਚ ਆ ਜਾਣਾ ਆ ਫਸਟ ਗਿਵਨ ਨੇਮ, ਤੁਹਾਡਾ ਕੀ ਨਾਮ ਆ। ਤਾਂ ਮੇਰਾ ਇਹ ਨਾਮ ਸੀਗਾ ਤਾਂ ਮੈਂ ਆਪਣਾ ਸੇਮ ਨਾਮ ਭਰੂੰਗੀ। ਕਿਹੜੇ ਈਅਰ ਦੇ ਵਿੱਚ, ਅਵਾਰਡਡ ਈਅਰ ਹੁੰਦਾ ਲਾਸਟ ਵਿੱਚ ਤੁਸੀਂ ਕਦੋਂ ਕੰਪਲੀਟ ਕੀਤੀ। ਲਾਈਕ ਮੈਂ 14 ਦੇ ਵਿੱਚ ਕੀਤੀ ਸੀਗੀ। ਤੁਸੀਂ ਕਦੋਂ ਆਪਣੇ ਕਾਲਜ ਨੂੰ ਸਟਾਰਟ ਕੀਤਾ ਸੀਗਾ, 12 ਤੋਂ ਲੈ ਕੇ 14 ਤੱਕ ਮੈਂ ਸਟਾਰਟ ਕੀਤਾ, 14 ਦੇ ਵਿੱਚ ਮੇਰਾ ਫਿਨਿਸ਼ ਹੋ ਗਿਆ। ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਐਡ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਇਹਨੂੰ ਸੇਵ ਕਰ ਦੇਣਾ। ਸੇਵ ਕਰਨ ਤੋਂ ਬਾਅਦ ਤੁਹਾਡੇ ਕੋਲ ਇਹਦੇ ਵਿੱਚ ਇੱਦਾਂ ਸ਼ੋਅ ਹੋਣ ਲੱਗ ਜਾਣੀ ਹੈ। ਜੇ ਤੁਸੀਂ ਉਹਨੂੰ ਐਡਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਡਿਟ ਵੀ ਕਰ ਸਕਦੇ ਹੋ, ਜੇ ਡਿਲੀਟ ਕਰਨਾ ਤਾਂ ਡਿਲੀਟ ਵੀ ਕਰ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਹੋਰ ਇਨਫੋਰਮੇਸ਼ਨ ਭਰਨੀ ਆ ਤਾਂ ਤੁਸੀਂ ਇੱਥੇ ਐਡ ਦੇ ਉੱਪਰ ਕਲਿੱਕ ਕਰਕੇ ਦੁਬਾਰਾ ਹੋਰ ਇਨਫੋਰਮੇਸ਼ਨ ਭਰ ਸਕਦੇ ਹੋ। ਜਿੰਨਾ ਤੁਸੀਂ ਭਰਨਾ ਚਾਹੁੰਦੇ ਹੋ ਤੁਸੀਂ ਸਾਰਾ ਇਹਦੇ ਵਿੱਚ ਕਰ ਸਕਦੇ ਹੋ। ਜੇ ਤੁਸੀਂ ਪ੍ਰੀਵੀਅਸ ਵਾਪਸ ਜਾਣਾ ਆ ਤਾਂ ਤੁਸੀਂ ਇਹਦੇ ਉੱਪਰ ਕਲਿੱਕ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜੇ ਨੈਕਸਟ ਕਰਨਾ ਹੈ, ਨੈਕਸਟ ਸਟੈਪ ਦੇ ਵਿੱਚ ਕੀ ਆ, ਤੁਸੀਂ ਨੈਕਸਟ 'ਤੇ ਕਲਿੱਕ ਕਰਕੇ ਉਹ ਵਾਲਾ ਆ ਜਾਣਾ ਆ।
ਉਸ ਤੋਂ ਬਾਅਦ ਇਹਦੇ ਵਿੱਚ ਤੁਹਾਡੇ ਕੋਲ ਜਦੋਂ ਨੈਕਸਟ ਤੇ ਕਲਿੱਕ ਕਰੋਗੇ ਤੁਹਾਡੇ ਕੋਲ ਆਹ ਵਾਲਾ ਪੇਜ ਓਪਨ ਹੋਊਗਾ। ਇਹ ਵਾਲੇ ਪੇਜ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਸਾਰਾ ਡਿਲੀਵਰੀ ਐਡਰੈਸ ਵੀ ਕਿਹੜਾ ਐਡਰੈਸ ਆ ਜਿੱਥੇ ਤੁਸੀਂ ਆਪਣੀ ਜੋ ਤੁਹਾਡੀ ਟਰਾਂਸਕ੍ਰਿਪਟ ਹੋਣਗੀਆਂ ਉਹ ਕਿੱਥੇ ਜਾਣ, ਇਹ ਉਹ ਵਾਲਾ ਐਡਰੈਸ ਆ। ਅਤੇ ਤੁਸੀਂ ਇਹਦੇ ਵਿੱਚ ਚੇਂਜ ਕਰ ਸਕਦੇ ਹੋ ਜੇ ਤੁਸੀਂ ਚੇਂਜ ਕਰਨਾ ਆ ਐਡਿਟ ਇਹਦੇ ਵਿੱਚ ਜਾ ਕੇ, ਜੇ ਤੁਸੀਂ ਐਡਿਟ ਵਗੈਰਾ ਕਰਨਾ ਆ। ਬਾਕੀ ਆਪਦੇ ਅਕੋਰਡਿੰਗਲੀ ਤੁਸੀਂ ਕਰਨਾ ਆ। ਵੈਸੇ ਇਹਨੂੰ ਛੇੜਨ ਦੀ ਇੰਨੀ ਲੋੜ ਨਹੀਂ ਹੁੰਦੀ ਹੈਗੀ, ਇਹਨੂੰ ਨਹੀਂ ਇੰਨਾ ਕਰਨ ਦੀ ਲੋੜ ਹੈਗੀ। ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਆਈ ਥਿੰਕ ਮੈਂ ਕੀਤਾ ਨਹੀਂ ਸੀਗਾ, ਮੈਨੂੰ ਕਾਫੀ ਟਾਈਮ ਹੋ ਗਿਆ ਕੀਤੇ ਨੂੰ, ਮੇਰੇ ਇੰਨਾ ਯਾਦ ਨਹੀਂ ਹੈਗਾ। ਬਟ ਆਹ ਐਡਰੈਸ ਦਾ ਹਮੇਸ਼ਾ ਕੇਅਰਫੁਲੀ ਹੋ ਕੇ ਐਡ ਕਰਨਾ। ਅਤੇ ਉਸ ਤੋਂ ਬਾਅਦ ਸਾਰਾ ਜਦੋਂ ਇਨਫੋ ਹੋ ਗਈ ਤਾਂ ਤੁਸੀਂ ਇਹਦੇ ਵਿੱਚ ਆ ਜਾਣਾ ਹੈ। ਉਸ ਤੋਂ ਬਾਅਦ ਉਹ ਤੁਹਾਨੂੰ ਦੱਸਦੇ ਨੇ ਕਿ ਪ੍ਰੋਸੈਸਿੰਗ ਟਾਈਮ ਕਿੰਨਾ ਲੱਗਦਾ ਹੈ। 35 ਡੇਜ਼ ਲੱਗਦੇ ਨੇ ਆਫਟਰ ਰਿਸੀਪਟ ਰਿਵਿਊ ਐਂਡ ਅਪਰੂਵਲ ਫॉर ਆਲ ਡਾਕੂਮੈਂਟਸ ਐਂਡ ਪੇਮੈਂਟ ਇਨ ਫੁੱਲ। ਤਾਂ ਉਹ ਆਲਮੋਸਟ 3 ਮਹੀਨੇ ਲੱਗ ਜਾਂਦੇ ਨੇ ਜੇ ਤੁਸੀਂ ਅੱਜ ਤੋਂ ਅਪਲਾਈ ਕਰਦੇ ਹੋ। ਇਹਦਾ ਪ੍ਰਾਈਸ ਹੈਗਾ $220 ਅਤੇ ਇਹਦੇ ਵਿੱਚ ਉਸ ਤੋਂ ਬਾਅਦ $10 ਇਹਦੇ ਐਕਸਟਰਾ ਲੱਗਦੇ ਹੁੰਦੇ ਨੇ ਜਿਹੜੇ ਡਿਲੀਵਰੀ ਚਾਰਜਸ ਹੁੰਦੇ ਨੇ। ਅਤੇ ਜੇ ਤੁਸੀਂ ਵਾਪਸ ਜਾਣਾ ਤਾਂ ਤੁਸੀਂ ਇਹ 'ਤੇ ਕਲਿੱਕ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਨੈਕਸਟ 'ਤੇ ਕਲਿੱਕ ਕਰਕੇ ਆਪਣੇ ਅੱਗੇ ਵਾਲੀ ਇਨਫੋਰਮੇਸ਼ਨ ਦੇਖ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਆਹ ਵਾਲੀ ਸਾਡੇ ਕੋਲ ਡਿਲੀਵਰੀ ਦੀ ਆਪਸ਼ਨ ਆਉਂਦੀ ਆ। ਜੇ ਤਾਂ ਤੁਸੀਂ ਸਿੰਪਲ ਕਰਨਾ ਹੈ ਤਾਂ ਤੁਹਾਨੂੰ $10 ਦੇਣੇ ਪੈਣੇ ਨੇ, ਅਦਰਵਾਈਜ਼ ਜੇ ਤੁਸੀਂ ਨੈਕਸਟ ਡੇ ਹੀ ਚਾਹੁੰਦੇ ਹੋ ਕਿ ਅੱਜ ਕੰਮ ਕੀਤਾ ਤਾਂ ਕੱਲ੍ਹ ਹੋ ਜਾਵੇ ਤਾਂ ਤੁਹਾਨੂੰ $25 ਦੇਣੇ ਪੈਣੇ ਨੇ। ਅਤੇ ਉਸ ਤੋਂ ਬਾਅਦ ਆਹ ਤੁਹਾਨੂੰ ਇਹਦੇ ਵਿੱਚ ਆਹ ਸਾਰਾ ਕੁਛ ਦੱਸ ਦਿੰਦੇ ਨੇ ਕਿ ਇਲੈਕਟ੍ਰੋਨਿਕਲੀ ਟੂ ਇਮੀਗ੍ਰੇਸ਼ਨ ਵੀ ਉਹਨਾਂ ਨੇ ਆਪਣੇ ਆਪ ਹੀ ਇਸੀ ਰਿਪੋਰਟ ਡਿਲੀਵਰ ਕਰ ਦੇਣੀ ਆ ਇਮੀਗ੍ਰੇਸ਼ਨ ਵਾਲਿਆਂ ਨੂੰ। ਅਤੇ ਉਸ ਤੋਂ ਬਾਅਦ ਫਿਰ ਨੈਕਸਟ 'ਤੇ ਚਲ ਜਾਣਾ ਆ। ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਆਹ ਵਾਲਾ ਪੇਜ ਓਪਨ ਹੋਊਗਾ। ਅਤੇ ਮੈਂ ਆਪਣੀ ਇੱਕੋ ਹੀ ਇਨਫੋਰਮੇਸ਼ਨ ਭਰੀ ਸੀਗੀ ਆਪਣੀ ਸਟੱਡੀ ਦੀ, ਤਾਂ ਮੇਰੇ ਕੋਲ ਸਿਰਫ ਆਹੀ ਸ਼ੋਅ ਹੋਈ ਆ। ਜੇ ਤੁਸੀਂ ਸਾਰੀ ਇਨਫੋਰਮੇਸ਼ਨ ਭਰਦੇ ਹੋ ਤਾਂ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਉੱਤੇ ਸ਼ੋਅ ਹੋਊਗੀ। ਬਾਕੀ ਤੁਸੀਂ ਆਪਣੇ ਅਕੋਰਡਿੰਗਲੀ ਦੇਖ ਲਿਓ ਤੁਹਾਨੂੰ ਕਿੱਦਾਂ ਕਰਨਾ ਹੈ। ਜਿਹੜਾ ਆਹ ਵਾਲਾ ਆ ਬੈਸਟ ਰੈਫਰੈਂਸ ਨੰਬਰ ਇੱਥੇ ਲਿਖਿਆ ਹੋਊਗਾ। ਜਦੋਂ ਤੁਸੀਂ ਆਪਣੀ ਪੂਰੀ ਫੁੱਲ ਫੀਸ ਭਰਤੀ ਤਾਂ ਤੁਹਾਨੂੰ ਰੈਫਰੈਂਸ ਨੰਬਰ ਉਦੋਂ ਮਿਲਣਾ ਆ, ਉਦੋਂ ਪਹਿਲਾਂ ਤੁਹਾਨੂੰ ਰੈਫਰੈਂਸ ਨੰਬਰ ਨਹੀਂ ਮਿਲਣਾ ਹੈਗਾ। ਜਿਹੜਾ ਤੁਸੀਂ ਇਹ ਵਾਲਾ ਐਡਰੈਸ ਆ, ਇਹ ਵਾਲਾ ਐਡਰੈਸ ਤੁਸੀਂ ਉਹਦੇ ਲਈ ਯੂਜ਼ ਕਰਨਾ ਹੈ ਜਦੋਂ ਤੁਸੀਂ ਆਪਣੀ ਯੂਨੀਵਰਸਿਟੀ, ਜਿਹੜੀ ਮੇਨ ਯੂਨੀਵਰਸਿਟੀ ਆ, ਉੱਥੇ ਉਹਨਾਂ ਨੂੰ ਕਹੋਗੇ ਜਿਹੜੇ ਸਾਡੀ ਟਰਾਂਸਕ੍ਰਿਪਟਾਂ ਹੋਣਗੀਆਂ ਉਹ ਸਾਡੀਆਂ ਇਸ ਐਡਰੈਸ ਦੇ ਉੱਪਰ ਭੇਜੋ। ਸੋ ਇਹ ਐਡਰੈਸ ਵੈਰੀ ਇੰਪੋਰਟੈਂਟ ਆ, ਤਾਂ ਉਹਨਾਂ ਨੂੰ ਇਹ ਐਡਰੈਸ ਦੱਸਣਾ ਆ ਕਿ ਇਸ ਐਡਰੈਸ ਦੇ ਉੱਪਰ ਸਾਡੀਆਂ ਜੋ ਡਾਕੂਮੈਂਟਸ ਨੇ ਉਹ ਭੇਜਣੇ ਨੇ। ਅਦਰਵਾਈਜ਼ ਜੇ ਤੁਸੀਂ ਆਪਣੇ ਕੋਲ ਡਾਇਰੈਕਟ ਮੰਗਵਾਓਗੇ ਆਪਣੇ ਕੋਲ ਆਪਣੇ ਡਾਕੂਮੈਂਟਸ ਟਰਾਂਸਕ੍ਰਿਪਟਾਂ, ਤਾਂ ਵੈਸ ਵਾਲਿਆਂ ਨੇ ਉਹ ਅਪਰੂਵ ਨਹੀਂ ਕਰਨੇ ਹੈਗੇ, ਉਹਨਾਂ ਨੇ ਫਿਰ ਤੋਂ ਵਾਪਸ ਭੇਜ ਦੇਣੇ। ਸੋ ਬੀ ਕੇਅਰਫੁਲ ਹੋ ਕੇ ਸਾਰੇ ਸਟੈਪ ਕਰਨੇ ਨੇ, ਬਿਕੋਜ਼ ਇਸ ਪ੍ਰੋਸੈਸ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਆ, ਨਹੀਂ ਤਾਂ ਪੈਸਾ ਵੇਸਟ ਆ। ਉਸ ਤੋਂ ਬਾਅਦ ਜਦੋਂ ਤੁਸੀਂ ਨੈਕਸਟ 'ਤੇ ਕਰ ਦੋਗੇ ਤੁਹਾਡੇ ਕੋਲ ਰਿਵਿਊ ਦੇ ਲਈ ਸਾਰੀ ਇਨਫੋਰਮੇਸ਼ਨ ਆ ਜਾਣੀ ਆ। ਜੇ ਤੁਸੀਂ ਐਡਿਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਐਡਿਟ 'ਤੇ ਕਲਿੱਕ ਕਰਕੇ ਵੀ ਕਰ ਸਕਦੇ ਹੋ। ਲਾਈਕ ਮੈਂ ਐਡਿਟ ਕੀਤਾ, ਮੈਂ ਸੇਮ ਫਿਰ ਉੱਥੇ ਹੀ ਪਹੁੰਚ ਗਈ, ਤਾਂ ਉਸ ਤੋਂ ਬਾਅਦ ਮੈਂ ਫਿਰ ਬੈਕ ਟੂ ਰਿਵਿਊ 'ਤੇ ਜਾ ਸਕਦੀ ਹਾਂ। ਜੇ ਮੈਂ ਐਡਿਟ ਕਰਨਾ ਤਾਂ ਮੈਂ ਇੱਥੇ ਕਰ ਸਕਦੀ ਹਾਂ। ਉਸ ਤੋਂ ਬਾਅਦ ਤੁਹਾਡੀ ਇਵੈਲੂਏਸ਼ਨ ਆ ਜਾਂਦੀ ਹੈ ਵੀ ਤੁਸੀਂ ਕਿਹੜੇ ਪਰਪਸ ਦੇ ਲਈ ਇਹਨੂੰ ਯੂਜ਼ ਕਰਨਾ ਹੈ। ਜੇ ਤੁਸੀਂ ਇਮੀਗ੍ਰੇਸ਼ਨ ਪਰਪਸ ਲਈ ਕਰਨਾ ਹੈ ਤੁਹਾਨੂੰ ਇੱਥੇ ਸ਼ੋਅ ਹੋ ਜਾਣਾ ਹੈ ਵੀ ਤੁਸੀਂ ਕਿਸ ਪਰਪਸ ਲਈ ਅਪਲਾਈ ਕਰ ਰਹੇ ਹੋ। ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਦੇ ਵਿੱਚ ਸਾਰਾ ਇੱਥੇ ਆ ਜਾਣਾ ਆ ਕਿ ਤੁਸੀਂ ਤੁਹਾਡਾ ਨਾਮ, ਲਾਸਟ ਨੇਮ ਆ ਜਾਣਾ, ਕੰਟਰੀ ਆ ਜਾਣਾ, ਇੰਸਟੀਟਿਊਸ਼ਨ ਆ ਜਾਣਾ ਆ, ਟਾਈਪ ਆਫ ਐਜੂਕੇਸ਼ਨ ਆ ਜਾਣਾ ਆ। ਉਸ ਤੋਂ ਬਾਅਦ ਉਹਦਾ ਡਿਪਲੋਮਾ ਤੁਸੀਂ ਕਿਹੜਾ ਕੀਤਾ ਆ। ਮੇਜਰ ਦੇ ਵਿੱਚ ਮੈਂ ਕੀਤਾ ਨਹੀਂ ਸੀਗਾ, ਅਤੇ ਇਹਦੇ ਵਿੱਚ ਤੁਸੀਂ ਆਪਣੇ ਕੰਪਿਊਟਰ ਐਪਲੀਕੇਸ਼ਨ ਭਰ ਸਕਦੇ ਹੋ ਜਾਂ ਫਿਰ ਕੁਛ ਹੋਰ ਭਰ ਸਕਦੇ ਹੋ ਜੋ ਕੁਛ ਤੁਸੀਂ ਕੀਤਾ ਹੋਇਆ ਹੈ। ਈਅਰ ਅਵਾਰਡਡ ਲਾਸਟ ਈਅਰ ਜਿਹਦੇ ਵਿੱਚ ਅਸੀਂ ਆਪਣੀ ਕੰਪਲੀਟ ਕੀਤੀ ਆ ਐਜੂਕੇਸ਼ਨ, ਜੋ ਵੀ ਅਸੀਂ ਕੀਤਾ ਆ। ਬਾਕੀ ਇਵੈਲੂਏਸ਼ਨ ਟਾਈਪ ਆ ਜਿਹੜੀ ਇਹਨਾਂ ਨੇ 35 ਡੇਜ਼ ਦੱਸਿਆ ਹੈ ਕਿ 35 ਦਿਨਾਂ ਦੇ ਵਿੱਚ ਹੋ ਜਾਣੀ ਹੈ। ਜਿਹੜੀ ਇਹਦਾ ਪੈਕੇਜ ਆ ਪੂਰਾ, ਕਿੰਨੀ ਫੀਸ ਲੱਗਣੀ ਆ, ਉਹ $220 ਇਹਨਾਂ ਨੇ ਦੱਸੇ ਨੇ ਵੀ ਇੰਨੇ ਲੱਗਣੇ ਨੇ। ਉਸ ਤੋਂ ਬਾਅਦ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ ਉਹ ਇਹਦੇ ਵਿੱਚ ਆ ਜਾਣੀ ਹੈ। ਜਿਹੜੇ ਡਿਲੀਵਰੀ ਮੈਥਡ ਦੱਸਿਆ ਹੋਇਆ ਇਹਦੇ ਵਿੱਚ $10 ਵਾਲਾ, ਇਹਦੇ ਵਿੱਚ ਵੀ ਤੁਸੀਂ ਐਡਿਟ ਕਰ ਸਕਦੇ ਹੋ ਇੱਥੇ। ਲਾਈਕ ਇਹਦੇ ਵਿੱਚ ਸਾਰੀਆਂ ਆਪਸ਼ਨਸ ਹੈਗੀਆਂ ਨੇ, ਤੁਸੀਂ ਆਪਣੇ ਅਕੋਰਡਿੰਗਲੀ ਸਾਰਾ ਕਰਨਾ ਆ। ਉਸ ਤੋਂ ਬਾਅਦ ਟੋਟਲ ਫੀਸ ਜਦੋਂ ਉਹ ਪੂਰੀ ਆਲ ਟੂਗੈਦਰ ਕਰਦੇ ਨੇ ਤਾਂ $230 ਆ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਨੀਚੇ ਵਾਲਾ ਸਟੈਪ ਆ ਜਾਂਦਾ ਇਹ ਵਾਲਾ, ਤਾਂ ਇਹਦੇ ਵਿੱਚ ਤੁਸੀਂ ਸਾਰੇ ਸਟੈਪਾਂ ਦੇ ਉੱਪਰ ਕਲਿੱਕ ਕਰਨਾ ਆ। ਸਾਰੇ ਬਾਕਸਿਆਂ ਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਤੁਸੀਂ ਐਡਿਟ ਕਰਨਾ ਆ। ਸੇਮ ਉੱਥੇ ਹੀ ਮੇਨ ਸੇਮ ਪਹਿਲਾਂ ਵਾਲੀ ਮੈਂ ਦੱਸਿਆ, ਤੁਸੀਂ ਪ੍ਰੀਵੀਅਸ 'ਤੇ ਜਾ ਕੇ ਉਹਨੂੰ ਐਡਿਟ ਕਰ ਸਕਦੇ ਹੋ।
ਜੇ ਤੁਸੀਂ ਨਹੀਂ ਐਡਿਟ ਕਰਨਾ ਤਾਂ ਤੁਹਾਡੀ ਇਨਫੋਰਮੇਸ਼ਨ ਸਾਰੀ ਸਹੀ ਹੈ ਤਾਂ ਤੁਸੀਂ ਨੈਕਸਟ 'ਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਇਹ ਦੱਸਦੇ ਨੇ ਕਿ ਤੁਹਾਡਾ ਕਨਫਰਮ ਕਰੋ ਤੁਹਾਡਾ ਨੇਮ ਅਤੇ ਡੇਟ ਆਫ ਬਰਥ ਸਹੀ ਆ, ਤਾਂ ਮੈਂ ਇੱਥੇ ਓਕੇ ਕਰ ਦੇਣੀ ਆ। ਓਕੇ ਕਰਨ ਤੋਂ ਬਾਅਦ ਮੈਂ ਕਨਫਰਮ ਕਰ ਦੇਣੀ ਆ। ਉਸ ਤੋਂ ਬਾਅਦ ਮੇਰੇ ਕੋਲ ਇਹ ਵਾਲੀ ਫੀਸ ਦੀ ਸਮਰੀ ਆ ਜੂਗੀ ਕਿ ਮੇਰੇ ਟੋਟਲ ਕਿੰਨੇ ਪੈਸੇ ਲੱਗਣਗੇ। ਇੱਕ ਪਹਿਲਾਂ ਤਾਂ ਉਹਨਾਂ ਨੇ 230 ਕਿਹਾ ਸੀ, ਬਟ ਇੱਥੇ ਸਾਡੇ ਕੋਲ ਇਹਨਾਂ ਨੇ ਵਿੱਚ ਟੈਕਸ ਵੀ ਐਡ ਕਰਨਾ ਆ। 13% ਤਾਂ ਟੈਕਸ ਲੱਗਦਾ ਹੈ, 13% ਤਾਂ 29.90 ਲੱਗ ਜਾਣੇ ਨੇ। ਅਤੇ ਉਸ ਤੋਂ ਬਾਅਦ ਸਾਡੇ ਕੋਲ ਅਸੀਂ ਕਿਹੜੇ ਪੇਮੈਂਟ ਦੇ ਥਰੂ ਕਰਨੇ ਆ, ਕ੍ਰੈਡਿਟ ਕਰਨਾ ਹੈ, ਡੈਬਿਟ ਕਰਨਾ ਹੈ, ਕਿੱਦਾਂ ਕਰਨਾ ਹੈ, ਉਹ ਤੁਹਾਡੇ ਉੱਪਰ ਡਿਪੈਂਡ ਆ ਵੀ ਤੁਸੀਂ ਕਿਹੜਾ ਕਾਰਡ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਆਲਮੋਸਟ $260 ਲੱਗਦੇ ਨੇ, 259.90 ਲੱਗਦੇ ਨੇ। ਤਾਂ ਉਹਦੇ ਲਈ ਤੁਸੀਂ ਇਹਨੂੰ ਸਬਮਿਟ ਕਰ ਦੇਣਾ। ਸਬਮਿਟ ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਵਾਲੀ ਸਾਰੀ ਇਨਫੋਰਮੇਸ਼ਨ ਆ ਜਾਣੀ ਆ। ਇੱਥੇ ਕਾਰਡ ਆ ਜਾਂਦਾ ਹੈ, ਤੁਸੀਂ ਮਾਸਟਰ ਕਾਰਡ ਯੂਜ਼ ਕਰਨਾ ਜਾਂ ਫਿਰ ਤੁਸੀਂ ਵੀਜ਼ਾ ਕਰਨਾ। ਇਹਦੇ ਵਿੱਚ ਤੁਸੀਂ ਆਪਣਾ ਨਾਮ ਫਿਲ ਕਰਨਾ ਹੈ, ਇਹਦੇ ਵਿੱਚ ਆਪਣਾ ਕਾਰਡ ਦਾ ਨੰਬਰ ਦੇ ਦੇਣਾ ਹੈ, ਇੱਥੇ ਐਕਸਪਾਇਰੀ ਡੇਟ ਵਗੈਰਾ ਇਹਦਾ ਪਿਛਲਾ ਕੋਡ ਹੁੰਦਾ ਉਹ ਵਾਲਾ ਕਰ ਦੇਣਾ ਆ। ਉਸ ਤੋਂ ਬਾਅਦ ਤੁਹਾਡਾ ਬਿਲਿੰਗ ਐਡਰੈਸ ਜੋ ਤੁਹਾਡਾ ਬੈਂਕ ਦੇ ਵਿੱਚ ਅਕਾਊਂਟ ਨੰਬਰ 'ਤੇ ਚੱਲਦਾ ਐਡਰੈਸ ਤੁਸੀਂ ਇੱਥੇ ਉਹ ਭਰ ਦੇਣਾ ਆ ਅਤੇ ਇੱਥੇ ਸਬਮਿਟ ਪੇਮੈਂਟ ਕਰ ਦੇਣਾ ਹੈ। ਜਦੋਂ ਤੁਸੀਂ ਪੇਮੈਂਟ ਸਬਮਿਟ ਕਰਤੀ ਤੁਹਾਨੂੰ ਉਦੋਂ ਹੀ ਰੈਫਰੈਂਸ ਨੰਬਰ ਮਿਲਣਾ ਆ, ਅਦਰਵਾਈਜ਼ ਤੁਹਾਨੂੰ ਰੈਫਰੈਂਸ ਨੰਬਰ ਨਹੀਂ ਮਿਲਣਾ ਹੈਗਾ। ਮੈਂ ਤਾਂ ਇਹ ਸਿਰਫ ਤੁਹਾਨੂੰ ਇੱਕ ਸ਼ੋਅ ਕਰਨ ਦੇ ਲਈ ਦਿਖਾ ਰਹੀ ਹਾਂ ਕਿ ਤੁਸੀਂ ਕਿੱਦਾਂ ਆਪਣੀ ਜੋ ਇਵੈਲੂਏਸ਼ਨ ਕਰਵਾਉਣੀ ਆ ਆਪਣੀ ਵੈਸ ਤੋਂ, ਆਪਣੇ ਟਰਾਂਸਕ੍ਰਿਪਟਾਂ ਦੀ, ਡਾਕੂਮੈਂਟਸ ਦੀ, ਤਾਂ ਤੁਸੀਂ ਈਜ਼ੀਲੀ ਕਿੱਦਾਂ ਕਰਵਾ ਸਕਦੇ ਹੋ ਕਿ ਤਾਂ ਤੁਸੀਂ ਆਪਣੇ ਘਰੋਂ ਆਪਣੇ ਆਪ ਕਰ ਸਕਦੇ ਹੋ। ਕਿਸੇ ਲਾਇਰ ਨੂੰ ਐਕਸਟਰਾ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਬਿਕੋਜ਼ ਮੈਂ ਵੀ ਦੇ ਦੇਣੇ ਸੀਗੇ, ਬਟ ਮੈਂ ਕਿਸੇ ਤੋਂ ਪੁੱਛ ਲਿਆ ਸੀਗਾ, ਮੇਰੇ ਫਰੈਂਡ ਸਰਕਲ ਦੇ ਵਿੱਚ ਸੀ ਅਤੇ ਉਹਨਾਂ ਨੇ ਮੈਨੂੰ ਦੱਸਤਾ ਸੀਗਾ ਕਿ ਨਹੀਂ ਤੂੰ ਆਪਣੇ ਆਪ ਵੀ ਕਰ ਸਕਦੀ ਹਾਂ। ਸੋ ਮੈਂ ਫਿਰ ਖੁਦ ਟਰਾਈ ਕੀਤਾ ਅਤੇ ਮੈਨੂੰ ਥੋੜ੍ਹਾ ਟਾਈਮ ਲੱਗਿਆ ਸੀਗਾ। ਥੋੜ੍ਹਾ ਟਾਈਮ ਤੋਂ ਬਾਅਦ ਮੇਰੀ 3 ਮਹੀਨੇ ਲੱਗ ਗਏ ਸੀਗੇ, ਚੌਥੇ ਮਹੀਨੇ ਜਾ ਕੇ ਮੇਰੀ ਆਫਟਰ 4 ਮੰਥ ਬਾਅਦ ਮੇਰੀ ਅਪਰੂਵ ਹੋਈ ਸੀਗੀ ਇਹ ਵਾਲੀ ਜਿਹੜੀ ਐਪਲੀਕੇਸ਼ਨ ਸੀਗੀ। ਤਾਂ ਫਿਰ ਉਸ ਤੋਂ ਬਾਅਦ ਮੇਰਾ ਪ੍ਰੋਸੈਸ ਸਟਾਰਟ ਹੋਇਆ ਸੀਗਾ। ਸੋ ਬੀ ਕੇਅਰਫੁਲ ਹੋ ਕੇ ਸਾਰੇ ਪ੍ਰੋਸੈਸ ਕਰਿਓ ਸਟੈਪ ਬਾਏ ਸਟੈਪ। ਸੋ ਤੁਸੀਂ ਇਹ ਵੀਡੀਓ ਮੇਰੀ ਦੇਖੀ ਹੈ, ਇਸ ਵੀਡੀਓ ਦੇ ਵਿੱਚ ਮੈਂ ਸਾਰਾ ਸਟੈਪ ਬਾਏ ਸਟੈਪ ਕਵਰ ਕੀਤਾ ਆ ਕਿ ਕਿੱਦਾਂ ਤੁਸੀਂ ਆਪਣੇ ਵੈਸੇ ਦੇ ਡਾਕੂਮੈਂਟਸ ਅਪਲਾਈ ਕਰ ਸਕਦੇ ਹੋ। ਬਾਕੀ ਤੁਸੀਂ ਆਪਣੇ ਐਡਰੈਸ ਦੀ ਬਹੁਤ ਹੀ ਕੇਅਰਫੁਲੀ ਧਿਆਨ ਦੇ ਨਾਲ ਐਡਰੈਸ ਨੂੰ ਉਹਦੇ ਵਿੱਚ ਐਡ ਕਰਿਓ ਕਿ ਕਿਸ ਐਡਰੈਸ ਦੇ ਉੱਪਰ ਤੁਸੀਂ ਆਪਣੇ ਡਾਕੂਮੈਂਟਸ ਸੈਂਡ ਕਰਨਾ ਚਾਹੁੰਦੇ ਹੋ। ਤੁਸੀਂ ਆਪਣਾ ਪਰਸਨਲ ਐਡਰੈਸ ਬਿਲਕੁਲ ਨਹੀਂ ਦੇ ਸਕਦੇ ਹੈਗੇ, ਇਹਦਾ ਹਮੇਸ਼ਾ ਧਿਆਨ ਰੱਖਿਓ। ਬਾਕੀ ਰਹੀ ਫੀਸ ਦੀ ਗੱਲ, ਫੀਸ ਤਾਂ ਦੋਨਾਂ ਪਾਸੇ ਲੱਗਣੀ ਆ। ਇੱਧਰ ਤੁਸੀਂ ਕੈਨੇਡਾ ਦੇ ਵਿੱਚ ਵੀ ਹੋ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋ ਉਦੋਂ ਵੀ ਲੱਗਣੀਆਂ। ਬਾਕੀ ਜੇ ਤੁਸੀਂ ਲਾਈਕ ਇੰਡੀਆ ਦੇ ਵਿੱਚ ਵੀ ਡਾਕੂਮੈਂਟਸ ਅਪਰੂਵ ਕਰਾਉਣੇ ਨੇ ਆਪਣੀ ਯੂਨੀਵਰਸਿਟੀ ਤੋਂ ਜਿੱਥੋਂ ਤੁਸੀਂ ਕੀਤੀ ਆ ਆਪਣੀ ਸਟੱਡੀ, ਤਾਂ ਤੁਹਾਨੂੰ ਉੱਥੇ ਵੀ ਦੇਣੇ ਪੈਣੇ ਨੇ। ਲਾਈਕ ਉੱਥੇ ਜਿੰਨਾ ਕੁ ਮੈਂ ਕਹਿ ਸਕਦੀ ਹਾਂ ਮੇਰੇ 10,000 ਲੱਗਿਆ ਸੀਗਾ, 10,000 ਦੇ ਨੇੜੇ ਤੇੜੇ ਲੱਗਿਆ ਸੀਗਾ, ਕਿਉਂਕਿ ਮੇਰੀ ਮਾਸਟਰ ਡਿਗਰੀ ਸੀਗੀ। ਮਾਸਟਰ ਡਿਗਰੀ ਕਰਕੇ ਮੈਨੂੰ ਜ਼ਿਆਦਾ ਪੈਸੇ ਦੇਣੇ ਪਏ ਸੀਗੇ। ਜੇ ਗ੍ਰੈਜੂਏਸ਼ਨ ਹੈਗੀ ਆ ਜਿੰਨੇ ਤੁਹਾਡੇ ਡਾਕੂਮੈਂਟਸ ਘੱਟ ਹੋਣਗੇ ਉਨਾ ਜ਼ਿਆਦਾ ਹੀ ਤੁਹਾਡੇ ਘੱਟ ਪੈਸੇ ਲੱਗਣਗੇ। ਮੈਂ ਫਿਰ ਮਾਸਟਰ ਡਿਗਰੀ ਕੀਤੀ ਸੀਗੀ ਤਾਂ ਕਰਕੇ ਫਿਰ ਮੇਰੇ ਜ਼ਿਆਦਾ ਪੈਸੇ ਲੱਗੇ ਨੇ। ਉਹ ਆਪਣੀ ਮਾਰਕਸ ਸ਼ੀਟ ਦੇ ਅਕੋਰਡਿੰਗਲੀ ਦੱਸਦੇ ਹੁੰਦੇ ਨੇ ਕਿ ਤੁਹਾਡੇ ਕਿੰਨੇ ਪੈਸੇ ਲੱਗਣਗੇ। ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ।